ਹਾਂਜੀ ਵੈਲਕਮ ਹੈ ਸਾਡੇ ਨੈਕਸਟ ਪਾਰਟ ਹਾਈਲਾਈਟ ਕਰੈਕਟ ਸਮਰੀ ਦੇ ਵਿੱਚ ਸੇਮ ਹੀ ਆ ਕਿਉਂਕਿ ਲਿਸਨਿੰਗ 'ਚ ਅਸੀਂ ਲੈਕਚਰ ਜ਼ਿਆਦਾ ਸੁਣਨੇ ਹਰ ਇੱਕ ਪਾਰਟ ਦੇ ਵਿੱਚ ਇਸ 'ਚ ਵੀ ਉਹੀ ਹੋਊਗਾ ਲੈਕਚਰ ਹੋਊਗਾ ਸਾਡਾ 30 to 19 ਸੈਕਿੰਡਸ ਦਾ 3 to 5 ਆਪਸ਼ਨਸ ਹੋਣਗੇ 2 to 3 ਇਨ ਐਗਜ਼ਾਮ ਮੀਨਸ ਕਿ 2 ਜਾਂ 3 ਐਗਜ਼ਾਮ 'ਚ ਸਾਨੂੰ ਪੱਕਾ ਮਿਲਣਗੇ। ਫਸਟ ਆਫ ਆਲ ਗੱਲ ਕਰ ਲਈ ਅਸੀਂ ਹਾਈਲਾਈਟ ਕਰੈਕਟ ਸਮਰੀ। ਇੱਕ ਲੈਕਚਰ ਬੋਲਿਆ ਜਾਊਗਾ 30 to 19 ਸੈਕਿੰਡਸ ਦਾ। ਉਸ ਲੈਕਚਰ ਦੀ ਜੋ ਮੀਨਸ ਕਿ ਬਹੁਤ ਸਾਰਾ ਲੈਕਚਰ ਵੱਡਾ ਹੈ ਉਹਨੂੰ ਇੱਕ ਜਾਂ ਦੋ ਲਾਈਨ ਦੇ ਸੈਂਟੈਂਸ 'ਚ ਡਿਸਕ੍ਰਾਈਬ ਕੀਤਾ ਹੋਇਆ ਯਾਨੀ ਕਿ ਸਮਰੀ ਇੱਕ ਬਣਾਤੀ ਉਹਦੀ ਛੋਟੀ ਜਿਹੀ ਇੱਕ ਲੈਕਚਰ ਦੀ। ਸੋ ਉਹੀ ਇਹੀ ਹੈ ਸਾਡਾ ਜੋ ਹਾਈਲਾਈਟ ਕਰੈਕਟ ਸਮਰੀ ਮੀਨਸ ਕਿ ਲੈਕਚਰ ਸੁਣ ਕੇ ਅਸੀਂ ਕਰੈਕਟ ਸਮਰੀ ਹੈ ਜੋ ਉਹਨੂੰ ਹਾਈਲਾਈਟ ਕਰਨਾ ਹੈ। 2 to 3 ਇਨ ਪੇਪਰ ਹੋਣਗੇ ਲੋ ਪ੍ਰਾਇਓਰਿਟੀ ਬਿਕੋਜ਼ ਇੰਨਾ ਜ਼ਿਆਦਾ ਇੰਪੋਰਟੈਂਟ ਇਹ ਵੀ ਨਹੀਂ ਹੈਗਾ ਬਟ ਫਿਰ ਉਹੀ ਗੱਲ ਕਿ ਅਸੀਂ ਇਸ ਚੀਜ਼ ਨੂੰ ਇਗਨੋਰ ਕਰਨਾ ਕਿ ਚਾਹੇ ਉਹ ਲੋ ਪ੍ਰਾਇਓਰਿਟੀ ਹੈ ਅਸੀਂ ਮਾਰਕਸ ਲੈਣੇ ਆ ਅਸੀਂ ਮਾਰਕਸ ਫੁੱਲ ਔਨ ਫੁੱਲ ਲੈਣੇ ਆ। ਸੋ ਇਹਦੇ ਵਿੱਚ ਵੀ 3 to 5 ਆਪਸ਼ਨਸ ਹੋਣਗੇ ਮੀਨਸ ਕਿ 3 ਵੀ ਹੋ ਸਕਦੇ ਆ 4 ਵੀ ਹੋ ਸਕਦੇ 5 ਆਪਸ਼ਨਸ ਵੀ ਹੋ ਸਕਦੇ ਮੈਕਸਿਮਮ। ਉਹਨਾਂ 'ਚੋਂ ਇੱਕ ਹੋਊਗਾ ਜੋ ਸਾਡੇ ਲੈਕਚਰ ਦੇ ਨਾਲ ਸਾਡੀ ਸਮਰੀ ਰਲਦੀ ਹੋਊਗੀ ਉਹ ਇੱਕ ਹੋਊਗੀ ਉਹਨਾਂ 'ਚੋਂ। ਸੋ ਥੋੜ੍ਹਾ ਜਿਹਾ ਦੇਖ ਕੇ ਬਿਕੋਜ਼ ਲੋ ਪ੍ਰਾਇਓਰਿਟੀ ਚਾਹੇ ਮਾਰਕਸ ਦੇ ਅਸੀਂ ਇਸ ਚੀਜ਼ ਨੂੰ ਥੋੜ੍ਹਾ ਜਿਹਾ ਇਗਨੋਰ ਕਰੀਏ ਮਾਰਕਸ ਅਸੀਂ ਫੁੱਲ ਲੈਣੇ ਆ। ਹਾਈਲਾਈਟ ਕਰੈਕਟ ਸਮਰੀ ਨਾਮ ਤੋਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਇੱਕ ਆਪਸ਼ਨ ਹੋਣਗੇ ਲੈਕਚਰ ਬੋਲਿਆ ਜਾਊਗਾ ਉਸ ਲੈਕਚਰ ਦੀ ਨੂੰ ਫੁੱਲੀ ਲੈਕਚਰ ਨੂੰ ਇੱਕ ਜਾਂ ਦੋ ਸੈਂਟੈਂਸ ਦੇ ਵਿੱਚ ਐਕਸਪਲੇਨ ਕੀਤਾ ਹੋਊਗਾ। ਸੋ ਉਹ ਇੱਕ ਸਮਰੀ ਹੋਊਗੀ ਆਪਸ਼ਨਸ ਦੇ ਵਿੱਚ ਸਾਡੇ ਕੋਲ ਜਿਹਦੇ ਵਿੱਚ ਫੁੱਲ ਲੈਕਚਰ ਬਾਰੇ ਬਿਲਕੁਲ ਆਸਾਨ ਹੁੰਦਾ ਹੈ ਪਤਾ ਸਾਨੂੰ ਲੱਗ ਜਾਂਦਾ ਜੋ ਲੈਕਚਰ ਉਹ ਬੋਲਦੇ ਹੈ ਅਤੇ ਅਸੀਂ ਉਹਦੇ ਨਾਲ ਤਿੰਨੇ ਸੈਂਟੈਂਸ ਨੂੰ ਤਿੰਨੇ ਅਗਰ ਮੰਨ ਲਓ ਸਾਡੇ ਕੋਲ ਤਿੰਨ ਆਪਸ਼ਨ ਆ ਤਾਂ ਤਿੰਨੇ ਸੈਂਟੈਂਸਿਸ ਨੂੰ ਰੀਡ ਕਰਾਂਗੇ। ਹਰ ਇੱਕ ਸੈਂਟੈਂਸ 'ਚ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ ਬਿਕੋਜ਼ ਜੋ ਉਹਨਾਂ ਨੇ ਲੈਕਚਰ 'ਚ ਬੋਲਿਆ ਹੁੰਦਾ ਉਹ ਸਾਨੂੰ ਸੈਂਟੈਂਸ 'ਚ ਨਹੀਂ ਦੇਖਦਾ ਬਟ ਇੱਕ ਸੈਂਟੈਂਸ ਐਵੇਂ ਦਾ ਹੁੰਦਾ ਹੈ ਜਿਹਦੇ 'ਚ ਲੈਕਚਰ 'ਚ ਜੋ ਬੋਲਿਆ ਸਭ ਕੁਛ ਸਾਨੂੰ ਉਹਦੇ 'ਚ ਪ੍ਰੈਜੈਂਟ ਹੁੰਦਾ ਸਭ ਕੁਛ ਸਾਨੂੰ ਮਿਲ ਜਾਂਦਾ ਉਹਦੇ 'ਚ ਅਤੇ ਉਹੀ ਸਾਡਾ ਹਾਈਲਾਈਟ ਕਰੈਕਟ ਸਮਰੀ ਜੋ ਉਹੀ ਸਾਡੀ ਹੁੰਦੀ ਆ ਉਸ 'ਤੇ ਅਸੀਂ ਕਲਿੱਕ ਕਰਦੇ ਹਾਂ ਅਤੇ ਉਹ ਹਾਈਲਾਈਟ ਹੋ ਜਾਂਦੀ ਹੈ ਅਤੇ ਅਸੀਂ ਸਾਡੇ ਜੋ ਆਨਸਰ ਨੂੰ ਸਬਮਿਟ ਕਰਦੇ ਹਾਂ। ਪ੍ਰੈਕਟਿਸ ਕਰਾਂਗੇ ਪ੍ਰੈਕਟਿਸ 'ਚ ਤੁਹਾਨੂੰ ਦੱਸਾਂਗੇ ਕਿਵੇਂ ਹਾਈਲਾਈਟ ਕਰਨੀ ਹੈ ਜਾਂ ਕੀ ਸਾਡੇ ਇਹਦੇ 'ਚ ਟਿਪਸ ਹੋਣਗੇ ਜਾਂ ਕਿਵੇਂ ਅਸੀਂ ਕਰਾਂਗੇ। ਲੋ ਪ੍ਰਾਇਓਰਿਟੀ ਜ਼ਰੂਰ ਹੈ ਬਟ ਮਾਰਕਸ ਅਸੀਂ ਹਰ ਪਾਰਟ 'ਚੋਂ ਲਵਾਂਗੇ ਤਾਂ ਹੀ ਸਾਡੇ ਜੋ ਮਾਰਕਸ ਹੈ ਲਿਸਨਿੰਗ 'ਚੋਂ ਹਾਈ ਹੋਣਗੇ ਬਿਕੋਜ਼ ਇਹ ਜੋ ਪਾਰਟਸ ਹੈ ਸਿਰਫ ਲਿਸਨਿੰਗ ਨੂੰ ਹੀ ਮਾਰਕਸ ਦਿੰਦੇ ਆ ਇਹਨਾਂ ਦੇ ਕਿਸੇ ਹੋਰ 'ਚ ਨਹੀਂ ਜਾਣਗੇ ਚਾਹੇ ਉਹ MCQ ਦੀ ਗੱਲ ਹੋ ਰਹੀ ਹੈ ਚਾਹੇ ਹਾਈਲਾਈਟ ਕਰੈਕਟ ਸਮਰੀ ਦੀ ਇਹਨਾਂ ਦੇ ਮਾਰਕਸ ਇਹਨਾਂ 'ਚ ਹੀ ਰਹਿਣਗੇ ਲਿਸਨਿੰਗ 'ਚ ਹੀ ਰਹਿਣਗੇ। ਸੋ ਲਿਸਨਿੰਗ ਨੂੰ ਵੀ ਹਾਈ ਕਰਨਾ ਹੈ ਅਸੀਂ ਜੋ ਦੂਸਰੇ ਪਾਰਟਸ ਹੈ ਉਹਨਾਂ ਨਾਲ ਫਿਰ ਦੂਸਰੇ ਜੋ ਪਾਰਟਸ ਨੇ ਜਿਵੇਂ ਰਾਈਟਿੰਗ ਜਾਂ ਸਪੀਕਿੰਗ ਜਾਂ ਰੀਡਿੰਗ ਉਹ ਵੀ ਹਾਈ ਹੋਣਗੇ। ਸੋ ਹਰ ਇੱਕ ਪਾਰਟ 'ਚੋਂ ਅਸੀਂ ਮਾਰਕਸ ਲੈਣੇ ਆ। ਹੁਣ ਨੈਕਸਟ ਗੱਲ ਕਰਦੇ ਸੀ ਪ੍ਰੈਕਟਿਸ ਦੀ। ਪ੍ਰੈਕਟਿਸ ਕਿਵੇਂ ਕਰਨੀ ਹੈ ਲੈਕਚਰ ਤੁਹਾਨੂੰ ਸੁਣਾਵਾਂਗੇ ਉਹਦੇ 'ਚੋਂ ਅਸੀਂ ਆਪਸ਼ਨ ਕੀ ਯੂਜ਼ ਕਰਨੇ ਆ ਉਸ ਬਾਰੇ ਤੁਹਾਨੂੰ ਗੱਲ ਦੱਸਾਂਗੇ। ਹਾਂਜੀ ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਪ੍ਰੈਕਟਿਸ ਹਾਈਲਾਈਟ ਕਰੈਕਟ ਸਮਰੀ ਦੀ। ਇੱਕ ਲੈਕਚਰ ਸੁਣਾਊਂਗਾ ਹੁਣ ਮੈਂ ਤੁਹਾਨੂੰ ਇੱਥੇ ਅਤੇ ਸਾਡੇ ਕੋਲ ਤਿੰਨ ਆਪਸ਼ਨਸ ਨੇ ਇਹ ਤਿੰਨਾਂ ਆਪਸ਼ਨਸ 'ਚੋਂ ਅਸੀਂ ਇੱਕ ਆਪਸ਼ਨ ਸਿਲੈਕਟ ਕਰਨਾ ਹੈ ਜਿਹੜਾ ਸਮਰੀ ਨਾਲ ਰਲਦਾ ਹੋਊਗਾ। ਧਿਆਨ ਨਾਲ ਸੁਣਿਓ ਕੀ ਕਹਿ ਰਹੀ ਹੈ ਜੋ ਲੈਕਚਰ ਬੋਲਿਆ ਜਾ ਰਿਹਾ ਅਤੇ ਕਿਹੜੀ ਕਿਹੜੀ ਸਮਰੀ ਉਸ ਦੇ ਨਾਲ ਰਲ ਰਹੀ ਹੈ। ਤਿੰਨਾਂ ਸਮਰੀਆਂ 'ਤੇ ਨਿਗਾਹ ਰੱਖਿਓ ਤਿੰਨਾਂ ਸਮਰੀਆਂ 'ਤੇ ਕਿਉਂਕਿ ਇਹਨਾਂ ਤਿੰਨਾਂ ਵਿੱਚੋਂ ਹੀ ਚੀਜ਼ਾਂ ਬੋਲੀਆਂ ਜਾਣਗੀਆਂ ਔਰ ਕੁਛ ਚੀਜ਼ਾਂ ਜਿਵੇਂ ਹੁਣ ਤਿੰਨ ਤੁਹਾਡੇ ਸਾਹਮਣੇ ਇਹ ਆਪਸ਼ਨਸ ਨੇ ਬਹੁਤ ਸਾਰੀਆਂ ਚੀਜ਼ਾਂ ਐਵੇਂ ਦੀਆਂ ਹੋਣਗੀਆਂ ਜਿਹੜੀਆਂ ਇਹਨਾਂ ਤਿੰਨਾਂ ਆਪਸ਼ਨਸ 'ਚੋਂ ਹੋਣਗੀਆਂ ਬਟ ਲੈਕਚਰ 'ਚ ਨਹੀਂ ਬੋਲੇ ਜਾਣਗੀਆਂ ਅਤੇ ਜੋ ਲੈਕਚਰ 'ਚ ਬੋਲੇ ਜਾਣਗੀਆਂ ਉਹ ਤਿੰਨਾਂ 'ਚੋਂ ਇੱਕ 'ਚ ਹੀ ਮਿਲਣਗੀਆਂ ਸਾਨੂੰ। ਆਲ ਜਿੰਨੀਆਂ ਵੀ ਲੈਕਚਰ 'ਚ ਬੋਲੇ ਜਾਣਗੀਆਂ ਉਹ ਸਾਨੂੰ ਇੱਕ 'ਚ ਹੀ ਮਿਲਣਗੀਆਂ ਸਾਰੀਆਂ 'ਚ ਨਹੀਂ ਮਿਲਦੀਆਂ। ਸੋ ਜਿਸ 'ਚ ਸਾਨੂੰ ਸਭ ਕੁਛ ਮਿਲੂਗਾ ਜੋ ਲੈਕਚਰ 'ਚ ਬੋਲਿਆ ਗਿਆ ਸੋ ਉਹ ਸਾਡਾ ਹੋਊਗਾ ਉਹੀ ਸਾਡੀ ਕਰੈਕਟ ਸਮਰੀ ਹੋਊਗੀ। ਸੋ ਧਿਆਨ ਨਾਲ ਸੁਣਿਓ ਲੈਕਚਰ ਕੀ ਕਹਿ ਰਿਹਾ ਅਤੇ ਕਿਹੜੀ ਸਾਡੀ ਜੋ ਕਰੈਕਟ ਸਮਰੀ ਹੈ। Okay, today's our first class, so I'd like to begin with some important definitions. We're going to use these terms all semester, so pay close attention. To begin with, chemistry is basically the study of matter. Matter is everything that makes up the universe. In this class, we're going to study the various elements and how they interact with one another. Sometimes they unite. When two or more elements unite, we call them compounds. Now, the study of chemical compounds is divided into two main branches of chemistry.
organic chemistry and inorganic chemistry. Organic chemistry is the study of compounds that contain the element carbon. This basically covers, it covers all living things. Carbon is an element all living organisms have in common. As for inorganic chemistry, it's the study of non-carbon-based compounds. There are 5 differences between organic and inorganic compounds. Listen carefully to these. First, there are more than 10 million carbon compounds. That's 10 times the number of inorganic compounds. Why are there so many carbon compounds? Mostly because carbon bonds easily with other elements. It can also form complex groups. Got it? Okay, second, organic compounds melt and boil at lower temperatures than inorganic compounds. Third, organic compounds don't dissolve in water as easily as inorganic compounds. Fourth, organic compounds catch fire more easily than inorganic compounds. However, inorganic compounds conduct heat and electricity more easily. Finally, organic compound reactions take place at slower rates than do inorganic compound reactions. ਸੋ ਇਹ ਸੀ ਸਾਡਾ ਲੈਕਚਰ। ਸੋ ਹੁਣ ਤੁਹਾਡੇ ਕੋਲ 5 ਸੈਕਿੰਡ ਹੈ, 3 ਆਪਸ਼ਨਸ ਨੇ ਸਾਡੇ ਕੋਲ। ਛੇਤੀ ਛੇਤੀ ਇੱਕ ਤੁਹਾਡਾ ਸਿਲੈਕਟ ਕਰੋ, ਦੈਨ ਮੈਂ ਫਿਰ ਆਨਸਰ ਦੱਸੂੰਗਾ। 4 5 ਓਕੇ, ਤੁਹਾਡਾ ਟਾਈਮ ਖਤਮ। ਸੋ ਫਸਟ ਆਫ ਆਲ ਲੈਕਚਰ ਦੀ ਗੱਲ ਕਰ ਲਈਏ। ਲੈਕਚਰ 'ਚ ਗੱਲ ਹੋਈ ਸੀ ਔਰਗੈਨਿਕ ਕੰਪਾਊਂਡ ਦੀ ਔਰ ਇਨਔਰਗੈਨਿਕ ਕੰਪਾਊਂਡ ਦੀ। ਓਕੇ, ਸੋ ਚਲੋ ਠੀਕ ਹੈ। ਫਸਟ ਕੀ ਔਰਗੈਨਿਕ ਕੰਪਾਊਂਡ ਇਨਕਲੂਡ ਆਲ ਲਿਵਿੰਗ ਔਰਗੈਨਿਜ਼ਮਸ ਬੋਇਲ ਐਟ ਲੋਅਰ ਟੈਂਪਰੇਚਰ ਐਂਡ ਬੌਂਡ ਈਜ਼ਲੀ ਅਦਰ ਐਲੀਮੈਂਟਸ। ਓਕੇ, ਐਜ਼ ਫॉर ਇਨਔਰਗੈਨਿਕ ਕੰਪਾਊਂਡ ਦੇ ਆਰ ਮੋਰ ਕੋਮਨ ਦੈਨ ਔਰਗੈਨਿਕ ਕੰਪਾਊਂਡ। ਮੈਨੂੰ ਨਹੀਂ ਲੱਗਦਾ ਲੈਕਚਰ 'ਚ ਐਸੀ ਕੋਈ ਗੱਲ ਕਹੀ ਸੀ ਉਹਨੇ, ਜਾਂ ਸਾਨੂੰ ਐਸੀ ਕੋਈ ਗੱਲ ਦੱਸੀ ਸੀ। ਠੀਕ ਆ, ਫਸਟ ਹੋ ਸਕਦਾ, ਨਹੀਂ ਵੀ ਹੋ ਸਕਦਾ। ਚਲੋ ਫਸਟ, ਕਿਉਂਕਿ ਹਜੇ ਸੈਕਿੰਡ ਥਰਡ 2 ਆਪਸ਼ਨ ਸਾਡੇ ਕੋਲ ਬਾਕੀ ਹੈ। ਬਿਕੋਜ਼ ਕਾਰਬਨ ਬੌਂਡ ਈਜ਼ਲੀ ਵਿਦ ਅਦਰ ਐਲੀਮੈਂਟਸ। ਓਕੇ, ਪਹਿਲੀ ਗੱਲ ਠੀਕ ਆ, ਹਾਂਜੀ ਇਹ ਗੱਲ ਉਹਨੇ ਕਹੀ ਸੀ। ਦੇਰ ਆਰ ਮੋਰ ਕਾਰਬਨ ਕੰਪਾਊਂਡ ਦੈਨ ਨੋਨ ਕਾਰਬਨ ਕੰਪਾਊਂਡਸ। ਠੀਕ ਹੈ ਜੀ। ਦੇਰ ਆਰ ਮੋਰ ਦੈਨ 10 ਮਿਲੀਅਨ ਕਾਰਬਨ ਕੰਪਾਊਂਡ ਵਿਚ ਇਜ਼ 10 ਟਾਈਮ ਨੰਬਰ ਆਫ ਇਨਔਰਗੈਨਿਕ ਕੰਪਾਊਂਡ। ਆਈ ਥਿੰਕ ਮੈਨੂੰ ਇਹ ਲੱਗਦਾ ਕਿ ਇਹ ਗੱਲ ਸ਼ਾਇਦ ਨਹੀਂ ਕਹੀ, ਸ਼ਾਇਦ ਮੈਂ ਸੁਣੀ ਵੀ ਨਾ ਹੋਵੇ, ਇਹ ਵੀ ਹੋ ਸਕਦਾ। ਬਾਕੀ ਚਲੋ ਠੀਕ ਆ, ਕਿਉਂਕਿ ਜਦੋਂ ਅਸੀਂ ਲੈਕਚਰ ਧਿਆਨ ਨਾਲ ਸੁਣਦੇ ਤਾਂ ਕਈ ਚੀਜ਼ਾਂ ਸਾਡੇ ਮਾਈਂਡ 'ਚ ਰਹਿ ਜਾਂਦੀਆਂ, ਕਈ ਚੀਜ਼ਾਂ ਨਹੀਂ ਰਹਿੰਦੀਆਂ। ਓਕੇ, 50-50 ਹੋ ਸਕਦਾ। ਹਜੇ ਥਰਡ ਆਪਸ਼ਨ ਬਾਕੀ ਹੈ। ਓਕੇ, ਕੰਪਾਊਂਡ ਇਜ਼ ਮੇਡ ਵੈਨ 2 ਔਰ ਮੋਰ ਐਲੀਮੈਂਟ ਯੂਨਾਈਟ ਐਂਡ ਦੇਰ ਆਰ 2 ਮੇਨ ਬ੍ਰਾਂਚਿਸ ਆਫ ਕੈਮੀਕਲ ਬੌਂਡ। ਆਈ ਥਿੰਕ ਇਹ ਗੱਲ ਤਾਂ ਕਹੀ ਸੀ ਉਹਨਾਂ ਨੇ ਕਿ ਅਗਰ ਟੂ ਔਰ ਮੋਰ ਐਲੀਮੈਂਟਸ ਯੂਨਾਈਟ ਕਰਦੇ ਆ ਤਾਂ ਕੰਪਾਊਂਡ ਬਣਦਾ। ਓਕੇ, ਔਰਗੈਨਿਕ ਐਂਡ ਇਨਔਰਗੈਨਿਕ ਕੰਪਾਊਂਡਸ। ਠੀਕ ਆ ਜੀ, ਇਹ ਵੀ ਗੱਲ ਕਹੀ ਸੀ। ਦੇਰ ਆਰ 5 ਡਿਫਰੈਂਸ ਬਿਟਵੀਨ ਔਰਗੈਨਿਕ ਐਂਡ ਇਨਔਰਗੈਨਿਕ। ਹਾਂਜੀ, ਇਹ ਵੀ ਗੱਲ ਕਹੀ ਹੈ। ਸੋ ਤਿੰਨੇ ਚੀਜ਼ਾਂ ਇਸ 'ਚ ਥਰਡ ਸੀ ਆਪਸ਼ਨ ਆਈ ਥਿੰਕ ਇਹੀ ਹੋਣਾ ਚਾਹੀਦਾ, ਕਿਉਂਕਿ ਜੋ ਕੁਛ ਇਸ 'ਚ ਹੈਗਾ ਸਭ ਕੁਛ ਬੋਲਿਆ ਗਿਆ। ਬੀਚ ਕੀ ਨਹੀਂ ਬੋਲਿਆ ਗਿਆ? ਮੋਰ ਦੈਨ 10 ਮਿਲੀਅਨ ਕਾਰਬਨ ਕੰਪਾਊਂਡ, ਇਹ ਚੀਜ਼ ਨਹੀਂ ਦੱਸੀ ਗਈ। ਫਸਟ 'ਚ ਕੀ ਨਹੀਂ ਦੱਸਿਆ ਗਿਆ ਕਿ ਔਰਗੈਨਿਕ ਕੰਪਾਊਂਡ ਇਨਕਲੂਡ ਆਲ ਲਿਵਿੰਗ ਔਰਗੈਨਿਜ਼ਮ, ਇਹ ਚੀਜ਼ਾਂ ਨਹੀਂ ਦੱਸੀਆਂ ਗਈਆਂ। ਠੀਕ ਹੈ ਜੀ। ਹਾਂ, ਇਹ ਜ਼ਰੂਰ ਹੈ ਕਿ ਬੌਂਡ ਈਜ਼ਲੀ ਵਿਦ ਅਦਰ ਐਲੀਮੈਂਟਸ, ਕਾਰਬਨ ਬਣਾ ਲੈਂਦਾ ਹੈ, ਪਰ ਇੱਥੇ ਕਾਰਬਨ ਤਾਂ ਹੈ ਹੀ ਨਹੀਂ ਕਿਤੇ, ਕਿਉਂਕਿ ਕਾਰਬਨ ਦੀ ਗੱਲ ਹੋਈ ਹੈ ਉੱਥੇ ਕਿ ਕਾਰਬਨ ਬੌਂਡ ਈਜ਼ਲੀ ਬਣਾ ਲੈਂਦਾ, ਨਾ ਕਿ ਔਰਗੈਨਿਕ ਕੰਪਾਊਂਡ। ਠੀਕ ਹੈ ਜੀ। ਚਲੋ ਠੀਕ ਆ, ਔਰਗੈਨਿਕ ਕੰਪਾਊਂਡ ਕਾਰਬਨ ਤੋਂ ਜੇ ਕਹਿ ਰਿਹਾ ਕਿ ਬਣਦੇ ਹੈ ਤਾਂ ਵੀ ਠੀਕ ਆ, ਬਟ ਕਾਰਬਨ ਦੀ ਗੱਲ ਹੋ ਰਹੀ ਸੀ ਉੱਥੇ। ਸੋ ਇੱਥੇ ਕਾਰਬਨ ਦੀ ਗੱਲ ਤਾਂ ਕਿਤੇ ਹੋ ਨਹੀਂ ਰਹੀ ਇਹ ਆਪਸ਼ਨ 'ਚ। ਸੋ ਅਕੋਰਡਿੰਗ ਟੂ ਮੀ ਜਿਹੜਾ ਆਪਸ਼ਨ ਹੈ ਸਾਡਾ ਉਹ ਹੈ ਸੀ। ਓਕੇ, ਆਨਸਰ ਚੈੱਕ ਕਰੀਏ ਜਰਾ। ਜੀ ਹਾਂ, ਆਨਸਰ ਦੇਖੋ ਸੀ ਹੀ ਆ। ਸੋ ਇਸ ਤਰ੍ਹਾਂ ਅਸੀਂ ਹਾਈਲਾਈਟ ਕਰੈਕਟ ਸਮਰੀ ਕਰਾਂਗੇ। ਇਹੀ ਇਹਦੀ ਟ੍ਰਿਕ ਹੈ ਕਿ ਅਗਰ ਤੁਹਾਡੇ ਕੋਲ 3 ਆਪਸ਼ਨ ਹੈ ਜਾਂ 4 ਆਪਸ਼ਨ ਆ ਤਾਂ ਤੁਸੀਂ ਚਾਰਾਂ ਵੱਲ ਨਿਗਾਹ ਰੱਖੋ। ਲੈਕਚਰ ਸੁਣੋ ਧਿਆਨ ਨਾਲ, ਕਿਉਂਕਿ ਜੋ ਲੈਕਚਰ 'ਚ ਬੋਲਿਆ ਜਾਊਗਾ ਉਹ ਕਿਸੇ ਨਾ ਕਿਸੇ ਆਪਸ਼ਨ 'ਚ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਰਹਿ ਜੂਗੀ। ਬਟ ਇੱਕ ਆਪਸ਼ਨ ਐਸਾ ਹੋਊਗਾ ਜਿਹਦੇ 'ਚ ਸਾਰਾ ਲੈਕਚਰ ਬੋਲਿਆ ਜਾਊਗਾ, ਚਾਹੇ ਉਹ ਲੈਕਚਰ ਥੋੜ੍ਹਾ ਜਿਹਾ ਘੱਟ ਐਕਸਪਲੇਨ ਕੀਤਾ ਹੋਵੇ ਜਾਂ ਘੱਟ ਵਰਡਸ 'ਚ ਹੋਵੇ ਜੋ ਆਪਸ਼ਨ ਹੈ, ਬਟ ਉਹ ਸਾਰਾ ਐਕਸਪਲੇਨ ਕੀਤਾ ਹੋਊਗਾ ਉਹਦੇ ਵਿੱਚ। ਧਿਆਨ ਰੱਖਿਓ ਇਸ ਚੀਜ਼ ਦਾ। ਸੋ ਇਸ ਤਰ੍ਹਾਂ ਹੀ ਇਹ ਹੋਊਗਾ ਸੋਲਵ। ਥੋੜ੍ਹਾ ਜਿਹਾ ਕੰਸਨਟ੍ਰੇਸ਼ਨ ਰੱਖੋ, ਹੋ ਜੂ ਬਿਲਕੁਲ ਆਸਾਨ ਹੈ, ਕਿਉਂਕਿ ਹੁਣ ਤੁਹਾਡੇ ਸਾਹਮਣੇ ਇੱਕ ਲੈਕਚਰ ਬੋਲਿਆ ਗਿਆ ਸੀ। ਉਸ ਲੈਕਚਰ 'ਚ ਮੈਂ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਇਹਨੂੰ ਆਪਸ਼ਨ ਨੂੰ ਕਰਾਂਗੇ। ਕਿਉਂਕਿ ਦੇਖੋ ਪਹਿਲੇ ਆਪਸ਼ਨ 'ਚ ਬਹੁਤ ਚੀਜ਼ਾਂ ਸੀ, ਜਿਵੇਂ ਜੋ ਕਿ ਉਹਨਾਂ ਨੇ ਕਿਹਾ ਸੀ ਕਿ ਕਾਰਬਨ ਈਜ਼ਲੀ ਬੌਂਡ ਬਣਾ ਲੈਂਦਾ ਅਦਰ ਐਲੀਮੈਂਟਸ ਨਾਲ, ਤਾਂ ਕਰਕੇ ਔਰਗੈਨਿਕ ਕੰਪਾਊਂਡ ਜ਼ਿਆਦਾ ਹੈ। ਇੱਥੇ ਕਾਰਬਨ ਦੀ ਗੱਲ, ਕਾਰਬਨ ਤਾਂ ਕਿਤੇ ਹੈ ਹੀ ਨਹੀਂ। ਓਕੇ,
ਸੈਕਿੰਡ ਚ ਕੀ ਸੀ ਕਿ ਈਜ਼ੀਲੀ ਬਣਾ ਲੈਂਦਾ ਬੌਂਡ, ਠੀਕ ਹੈ ਜੀ, ਬੌਂਡ ਈਜ਼ੀਲੀ ਬਣਾ ਲੈਂਦਾ। ਫਸਟ 'ਚ ਵੀ ਉਹੀ ਗੱਲ ਹੋ ਰਹੀ ਆ, ਸੈਕਿੰਡ 'ਚ ਵੀ ਉਹੀ ਗੱਲ ਹੋ ਰਹੀ ਆ, ਬਟ ਕੁਛ 10 ਮਿਲੀਅਨ ਵਾਲੀ ਗੱਲ ਨਹੀਂ ਹੋਈ, ਠੀਕ ਆ ਜੀ। ਚਲੋ ਇਹ ਤਾਂ ਇਹਨਾਂ ਨੇ ਆਪਸ ਇਹ ਕਰਤੀ। ਆਈ ਥਿੰਕ ਮੈਨੂੰ ਲੱਗਦਾ ਕਿ 10 ਮਿਲੀਅਨ ਵਾਲੀ ਉਹਨਾਂ ਨੇ ਗੱਲ ਨਹੀਂ ਕਹੀ, ਇਹਦੇ 'ਚ ਹੈਗੀ ਸੀ, ਸੋ ਇਸ ਕਰਕੇ ਮੈਂ ਤਾਂ ਇਹਨੂੰ ਨਹੀਂ ਕਰੂੰਗਾ। ਸੋ ਸੀ 'ਚ ਜੋ ਹੈਗੇ ਸੀ ਸਭ ਕੁਛ ਉਹਨਾਂ ਨੇ ਬੋਲਿਆ। ਹਾਂ, ਇੱਕ ਗੱਲ ਹੋਰ ਇਹਦੇ 'ਚ ਕਿ ਫਸਟ ਲਾਈਨ ਧਿਆਨ ਰੱਖੋ ਕੀ ਬੋਲ ਰਿਹਾ, ਫਸਟ ਲਾਈਨ, ਕਿਉਂਕਿ ਫਸਟ ਲਾਈਨ 'ਚੋਂ ਹੀ ਲਗਭਗ ਸਾਨੂੰ ਪਤਾ ਲੱਗ ਜਾਂਦਾ ਕਿ ਆਪਸ਼ਨ ਕਰੈਕਟ ਕਿਹੜਾ ਹੈ। ਫਸਟ ਲਾਈਨ, ਜਿੱਥੇ ਫਸਟ ਲਾਈਨ ਲਗਭਗ ਫੁੱਲੀ ਐਕਸਪਲੇਨ ਹੋ ਰਹੀ ਹੋਵੇ, ਕਈ ਵਾਰ ਚਲੋ ਸਾਰੇ 'ਚ ਵੀ ਹੋ ਜਾਂਦੀ, ਬਟ ਮੋਸਟਲੀ ਐਵੇਂ ਹੁੰਦਾ ਹੈ ਕਿ ਜਦੋਂ ਉਹ ਲੈਕਚਰ ਸ਼ੁਰੂ ਹੁੰਦਾ ਹੈ ਉਸ ਦੇ ਵਿੱਚ ਜੋ ਫਸਟ ਇੱਕ ਐਕਸਪਲੇਨੇਸ਼ਨ ਦਿੰਦੇ ਆ ਜਾਂ ਡੈਫੀਨੇਸ਼ਨ ਦਿੰਦੇ ਆ ਨਾ, ਉਹ ਜਿਹੜੇ ਓਪਸ਼ਨ ਦੀ ਕਰੈਕਟ ਹੋਊਗੀ ਉਹੀ ਸਾਡਾ ਕਰੈਕਟ ਓਪਸ਼ਨ ਹੁੰਦਾ, ਕਿਉਂਕਿ ਕਈ ਵਾਰ ਕੁਛ ਵਰਡ ਮਿਸ ਹੋ ਜਾਂਦੇ, ਮਿਸ ਕਰ ਦਿੰਦੇ ਆ ਉਹ, ਜਾਂ ਕਈ ਓਪਸ਼ਨ 'ਚ ਬਹੁਤ ਸਾਰੇ ਵਰਡ ਮਿਸ ਹੁੰਦੇ ਆ, ਬਟ ਇੱਕ ਓਪਸ਼ਨ 'ਚ ਐਵੇਂ ਹੁੰਦਾ ਕਿ ਉਹ ਐਜ਼ ਬਿਲਕੁਲ ਲੈਕਚਰ ਦੀ ਤਰ੍ਹਾਂ ਸੇਮ ਐਜ਼ ਹੀ ਜੋ ਓਪਸ਼ਨ 'ਚ ਡੈਫੀਨੇਸ਼ਨ ਆ ਉਹ ਦਿੱਤੀ ਹੁੰਦੀ ਹੈ, ਜੋ ਲੈਕਚਰ 'ਚ ਉਹ ਬੋਲਦੇ, ਜੋ ਵਰਡਿੰਗ ਬੋਲਦੇ ਆ। ਸੋ ਇਸ ਤਰ੍ਹਾਂ ਅਸੀਂ ਸਾਡੇ ਓਪਸ਼ਨਸ ਕਰੈਕਟ ਚੂਜ਼ ਕਰ ਸਕਦੇ ਹਾਂ। ਸੋ ਹੋਰ ਵੀ ਪ੍ਰੈਕਟਿਸ ਕਰਾਂਗੇ, ਡੋਂਟ ਵਰੀ। ਨੈਕਸਟ ਵੀਡੀਓਜ਼ ਇਹ ਇੱਕ ਤੁਹਾਨੂੰ ਮੀਨਸ ਕਿ ਇੱਕ ਰਾਹ ਦਿਖਾਉਣ ਵਾਲਾ ਕੰਮ ਸੀ ਕਿ ਇਸ ਤਰ੍ਹਾਂ ਹੀ ਹੁੰਦਾ ਹੈ। ਪ੍ਰੈਕਟਿਸ ਕਰਾਂਗੇ। ਹੋਰ ਵੀ ਕੋਈ ਡਾਊਟ ਹੋਵੇ ਜ਼ਰੂਰ ਦੱਸਿਓ, ਕਮੈਂਟ ਸੈਕਸ਼ਨ 'ਚ ਕਰ ਦਿਓ, ਮੇਲ ਕਰ ਸਕਦੇ ਹੋ, ਕੁਛ ਵੀ ਕਰ ਸਕਦੇ ਹੋ, ਮੈਸੇਜ ਨੰਬਰ ਵੀ ਮੈਂ ਤੁਹਾਨੂੰ ਬਕਾਇਦਾ ਦਿੱਤਾ ਹੋਇਆ ਆਪਣਾ। ਸੋ ਡੋਂਟ ਵਰੀ, ਬਹੁਤ ਆਸਾਨ ਤਰੀਕੇ ਨਾਲ ਇਸ ਕਰਾਂਗੇ, ਸਟ੍ਰੈਸ ਨਹੀਂ ਲੈਣਾ, ਇੱਕ ਆਰਾਮ ਨਾਲ ਕਰੋ, ਕੰਸਨਟ੍ਰੇਸ਼ਨ ਨਾਲ ਕਰੋ, ਰਿਲੈਕਸ ਹੋ ਕੇ ਕਰੋ, ਕਿਉਂਕਿ ਜਿੰਨਾ ਅਸੀਂ ਮਾਈਂਡ 'ਤੇ ਸਟ੍ਰੈਸ ਲਵਾਂਗੇ ਫਿਰ ਉਨਾ ਹੀ ਸਾਨੂੰ ਇਹ ਮੀਨਸ ਕਿ ਸਾਡੇ 'ਤੇ ਹਾਵੀ ਹੋਊਗਾ। ਸੋ ਐਵੇਂ ਦੀ ਕੋਈ ਡਰਨ ਵਾਲੀ ਗੱਲ ਨਹੀਂ, ਬਿਲਕੁਲ ਆਸਾਨ ਹੈ। ਲਿਸਨਿੰਗ ਮੋਡਿਊਲ ਸਭ ਤੋਂ ਆਸਾਨ ਹੈ ਇਹ, ਪੂਰੇ PTE ਦੇ ਜੋ ਜਿੰਨੇ ਚਾਰੋਂ ਮੋਡਿਊਲ ਆ ਸਭ ਤੋਂ ਆਸਾਨ ਲਿਸਨਿੰਗ ਹੀ ਆ। ਸੋ ਕੀਪ ਵਾਚਿੰਗ PTE ਟ੍ਰੇਨਰ। ਸਤਿ ਸ਼੍ਰੀ ਅਕਾਲ।